ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ, ਹਕੂਮਤ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਇਹ ਬੰਦੇ ਕਿਸੇ ਤਰ੍ਹਾਂ ਦੀ ਭੀਖ ਨਹੀਂ ਮੰਗ ਰਹੇ ਕਿ ਸਾਨੂੰ ਛੱਡ ਦਿਓ ਜੀ, ਸਾਡੇ ਬੰਦੇ ਐਵੇਂ ਨਹੀਂ ਹੈਗਾ। ਦੂਜੀ ਜਿਹੜੀ ਧਿਰ ਆ, ਉਸ ਧਿਰ ਨੇ ਇਸ ਧਿਰ ਦੇ ਬੰਦੇ ਮਾਰੇ ਸ਼ਰੇਆਮ, ਉਹਨਾਂ ਨੂੰ ਉਮਰ ਕੈਦਾਂ ਹੋਈਆਂ ਤੇ ਉਹਨਾਂ ਨੂੰ 2-2 ਸਾਲ ਬਾਅਦ ਸਟੇਟ ਨੇ ਰਿਹਾ ਕਰਤਾ। ਉਹ ਕਹਿੰਦੇ ਕਿ ਦੇਸ਼ ਦਾ ਕਾਨੂੰਨ ਇਹ ਕਹਿੰਦਾ ਵੀ ਜਿਹਨੂੰ ਫਾਂਸੀ ਦੀ ਸਜ਼ਾ ਹੋਈ ਹੋਵੇ ਤੇ ਜਿਹਨੂੰ ਆਖਰੀ ਸਾਹ ਤੱਕ ਉਮਰ ਕੈਦ ਦੀ ਸਜ਼ਾ ਹੋਈ ਹੋਵੇ ਉਸ ਨੂੰ ਪਰੋਲ ਨਹੀਂ ਦਿੱਤੀ ਜਾ ਸਕਦੀ। ਇੱਕ ਬੀਬੀ ਨੂੰ, ਇੱਕ ਉਹਦੇ ਹਸਬੈਂਡ ਨੂੰ ਕਲਕੱਤੇ ਦੇ ਵਿੱਚ ਹੋਟਲ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ। ਉਹ ਬੰਦੇ ਥੋੜੇ ਚਿਰਾਂ ਬਾਅਦ, ਇੱਕ ਹੁੰਦਾ ਆ ਰਿਹਾਈ ਦੇਣੀ, ਮਾਫੀ ਦੇਣੀ, ਇੱਕ ਹੁੰਦਾ ਦੋਸ਼ ਮੁਕਤ ਕਰ ਦੇਣਾ ਜੀ। ਉਹਨਾਂ ਬੰਦਿਆਂ ਨੂੰ ਦੋਸ਼ ਮੁਕਤ ਕਰਕੇ ਦੁਬਾਰੇ ਉਹਨਾਂ ਨੂੰ ਉਹਨਾਂ ਪੋਸਟਾਂ ਤੇ ਲਿਆ ਕੇ ਬਿਠਾਇਆ। ਇਹ ਜਿਹੜਾ ਕੰਮ ਕੀਤਾ, ਇਹ ਕਦੀ ਬਿੱਟੂ ਨੇ ਕਿਹਾ ਵੀ ਉਹ ਬੰਦੇ ਉਮਰ ਤੱਕ ਅੰਦਰ ਰਹਿਣੇ ਚਾਹੀਦੇ ਸਨ? ਜੇ ਤੇ ਉਹਨਾਂ ਦਾ ਕੇਸ ਬਿੱਟੂ ਲਾਉਂਦਾ ਆ ਤੇ ਫਿਰ ਸਾਡੇ ਵਾਲੇ ਵੀ ਰਹਿ ਲੈਣਗੇ, ਕੋਈ ਗੱਲ ਨਹੀਂ। ਮੈਂ ਮੋਰਚੇ ਵਾਲਿਆਂ ਨੂੰ ਜਾ ਕੇ ਹੱਥ ਜੋੜ ਲਾਂਗਾ, ਬੁੱਟ ਕੇ ਘਰਾਂ ਨੂੰ ਆ ਜਾਓ, ਰਹਿਣ ਦਿਓ ਹਵਾਰੇ ਉਹਨਾਂ ਨੂੰ ਅੰਦਰ। ਜੇ ਉਹ ਸਾਰੇ ਜ਼ਾਲਮ ਪੁਲਿਸ ਅਫਸਰ ਜਿਨ੍ਹਾਂ ਨੇ ਸਾਡੇ ਸਿੰਘਾਂ ਨੂੰ ਸ਼ਹੀਦ ਕੀਤਾ, ਜਿਨ੍ਹਾਂ ਨੇ ਛੋਟੇ ਬੱਚਿਆਂ ਨੂੰ ਸ਼ਹੀਦ ਕੀਤਾ, ਜੇ ਉਹ ਬੰਦੇ ਜਦੋਂ ਉਹਨਾਂ ਨੂੰ ਸਜ਼ਾਵਾਂ ਹੋਈਆਂ 2-2 ਸਾਲ ਕੱਟ ਕੇ ਬਾਹਰ ਆ ਗਏ ਨੇ, ਕਿਉਂ ਨਹੀਂ ਰਵਨੀਤ ਬਿੱਟੂ ਨੇ? ਜੇ ਗੱਲ ਕਰਨੀ ਤਾਂ ਫਿਰ ਬਰਾਬਰ ਹੀ ਕਰੋ। ਜਦ ਇਸ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਤਲ ਕੀਤੇ ਹੋਏ ਬੰਦਿਆਂ ਨੂੰ ਰਿਹਾ ਕੀਤਾ ਜਾ ਸਕਦਾ ਹੈ ਤੇ ਫਿਰ ਭਾਈ ਹਵਾਰਿਆਂ ਨੂੰ ਰਿਹਾ ਕਿਉਂ ਨਹੀਂ? ਮਾਨ ਸਰਕਾਰ ਇਹ ਕਰ ਗਈ, ਚਾਰਜਸ਼ੀਟ ਦੇ ਵਿੱਚ ਨਾਂ ਪਾ ਗਈ। ਕੈਪਟਨ ਸਰਕਾਰ, ਤੁਹਾਨੂੰ ਕੀ ਲੱਗਦਾ ਕਿ ਕੈਪਟਨ ਸਰਕਾਰ ਨੇ ਇਹ 2 ਨਾਂ ਕਿਉਂ ਨਹੀਂ ਪਾਏ? ਕੈਪਟਨ ਅਮਰਿੰਦਰ ਸਿੰਘ ਗੁਰੂ ਗ੍ਰੰਥ ਸਾਹਿਬ ਲਈ ਸੁਹਿਰਦੀ ਨਹੀਂ ਸੀ ਹੈਗੇ। ਗੁਟਕਾ ਸਾਹਿਬ ਦੀ ਸਹੁੰ ਖਾ ਕੇ ਉਸ ਤੋਂ ਮੁੱਕਰੇ ਹੋਏ ਨੇ। ਸੋ ਇਸ ਕਰਕੇ ਇਹਨਾਂ ਦੇ ਉੱਤੇ ਇਹ ਗੱਲ ਕੀਤੀ ਨਹੀਂ ਜਾ ਸਕਦੀ ਵੀ ਇਹਨਾਂ ਨੇ ਬੇਈਮਾਨਾ ਨਾ ਕੀਤਾ ਹੋਏ। ਜਦੋਂ ਕਿ ਇਹ ਗੱਲ ਇਹਨਾਂ ਨੇ ਇੱਕ ਠੋਕ ਕੇ ਕਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਬੇਅਦਬੀ ਦੀਆਂ ਪੈੜਾਂ ਨੇ, ਉਹ ਬਾਦਲ, ਉਹ ਲੰਬੀ ਨੂੰ ਜਾਂਦੀਆਂ ਨੇ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ ਤੇ ਮੈਂ ਹਾਂ ਰਾਵਰਿੰਦਰ ਸਿੰਘ ਬੈਨੀਪਾਲ। ਪੰਜਾਬ ਕਹਿ ਲਈਏ ਜਾਂ ਸਿੱਖ ਕੌਮ ਕਹਿ ਲਈਏ ਕਿ ਲਗਾਤਾਰ ਆਪਣੇ ਹੱਕਾਂ ਦੇ ਲਈ ਲੜਾਈ ਲੜ ਰਹੀ ਹੈ। ਇਸ ਵੇਲੇ 2 ਇਨਸਾਫ ਮੋਰਚੇ ਚੱਲ ਰਹੇ ਨੇ। ਪਹਿਲਾ ਇਨਸਾਫ ਮੋਰਚਾ ਬਾਈਬਲ ਕਲਾਂ ਵਾਲਾ ਬੇਅਦਬੀ ਇਨਸਾਫ ਮੋਰਚਾ ਉਹ ਚੱਲਿਆ, ਤੇ ਦੂਸਰਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਮੋਰਚਾ ਚੱਲ ਰਿਹਾ। ਪਰ ਜੇ ਪਹਿਲੇ ਮੋਰਚੇ ਦੀ ਗੱਲ ਕਰੀਏ ਤਾਂ ਕਾਫੀ ਹੱਦ ਤੱਕ ਇਸ ਮੋਰਚੇ ਦੀ ਹੁਣ ਸਮਾਪਤੀ ਦਾ ਐਲਾਨ ਹੋ ਚੁੱਕਿਆ। ਇੱਕ ਵੱਡਾ ਇਕੱਠ ਰੱਖਿਆ ਗਿਆ, ਉਸ ਤੋਂ ਬਾਅਦ ਸਮਾਪਤੀ ਹੋਵੇਗੀ। ਇਹਨਾਂ ਦੋਨਾਂ ਹੀ ਮੋਰਚਿਆਂ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਬਾਬਾ ਬਖਸ਼ੀਸ਼ ਸਿੰਘ, ਇੱਕ ਲੰਬਾ ਸਮਾਂ ਬਾਈਬਲ ਕਲਾਂ ਮੋਰਚੇ ਤੇ ਲਗਾ ਚੁੱਕੇ ਨੇ। ਬਾਬਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੰਨ ਲਈਏ ਕਿ ਹੁਣ ਸਮਾਪਤੀ ਹੋ ਗਈ ਹੈ ਬੇਅਦਬੀ ਇਨਸਾਫ ਮੋਰਚੇ ਦੀ। ਹਾਂ, ਲਗਭਗ ਜੀ ਇਹ ਜਿਹੜੀ ਮੰਗ ਸੀਗੀ ਮੋਰਚੇ ਦੀ, ਕਿਉਂਕਿ ਅਸੀਂ ਇਸ ਮੋਰਚੇ ਦੇ ਵਿੱਚ ਬਾਅਦ ਜਾ ਕੇ ਸ਼ਾਮਲ ਹੁੰਦੇ ਹਾਂ ਜਦੋਂ ਦੀਪ ਆਉਂਦਾ ਆ ਜੀ। ਤੇ ਦੀਪ ਨੇ ਇਹ ਗੱਲ ਕਹੀ ਵੀ ਸੀ ਵੀ ਜੇ ਆਪਣੇ ਬੰਦੇ ਨੇ ਮੋਰਚਾ ਲਾ ਲਿਆ ਤੇ ਹੁਣ ਆਪਾਂ ਨੂੰ ਨਾਲ ਖੜਨਾ ਚਾਹੀਦਾ ਹੈ। ਤੇ ਆਪਾਂ ਖੜੇ ਨਾਲ ਜਿੰਨੇ ਜੋਗੇ ਸੀਗੇ, ਸੰਗਤੀ ਰੂਪ ਦੇ ਵਿੱਚ ਵੀ ਤੇ ਲੀਡ ਰੂਪ ਦੇ ਵਿੱਚ ਵੀ ਨਾਲ ਉਹਨਾਂ ਦੇ ਸਹਿਯੋਗ ਦਿੱਤਾ, ਜਿਹੜੀ ਵੀ ਗੱਲ ਉਹ ਚਾਹੁੰਦੇ ਸੀ ਜਾਂ ਮੋਰਚੇ ਦੀ ਜਿਹੜੀ ਮੰਗ ਸੀ। ਮੰਗ ਮੇਨ ਇਹ ਸੀ ਕਿ ਜਿਹੜੇ ਇਸ ਕੇਸ ਦੇ ਸੂਤਰਧਾਰ ਨੇ, ਇੱਕ ਸਿਪਾਹੀ ਤੋਂ ਲੈ ਕੇ ਤੇ ਉਸ ਸਮੇਂ ਦੇ ਜਿਹੜੇ ਸਟੇਟ ਨੂੰ ਚਲਾਉਣ ਵਾਲੇ ਮੁੱਖ ਮੰਤਰੀ ਤੱਕ, ਜਿਹੜਾ ਵੀ ਬੰਦਾ ਉਹਦਾ ਹਿੱਸੇਦਾਰ ਆ, ਉਹ 'ਤੇ ਕਾਨੂੰਨੀ ਕਾਰਵਾਈ ਹੋਵੇ। ਤਾਂ ਇੱਕ ਗੱਲ ਸੀਗੀ ਕਿ ਜਿਹੜਾ ਸਰਸੇ ਵਾਲਾ ਆ ਉਹਦਾ ਚਲਾਨ ਉਹਦਾ ਨਹੀਂ ਸੀ ਪੇਸ਼ ਹੁੰਦਾ, ਉਹਨੂੰ ਵਿੱਚ ਨਹੀਂ ਸੀ ਲੈ ਕੇ ਆਉਂਦੇ। ਹਾਂ, ਉਹ ਜਿਹੜੀ ਮੋਰਚੇ ਦੀ ਇੱਕ ਸੀਗੀ ਗੱਲ ਜੀ। ਹੁਣ ਜਿਵੇਂ ਜਦੋਂ ਇਹ ਚਲਾਨ ਪੇਸ਼ ਹੁੰਦਾ ਆ ਤਾਂ ਉਦੋਂ ਬਾਅਦ ਬਹੁਤ ਧਿਰਾਂ ਨੇ ਕਈ ਤਰ੍ਹਾਂ ਦੇ ਤੇ ਬਿਆਨ ਵੀ ਦਿੱਤੇ ਨੇ ਬਈ ਉਹਦੀ ਜਿਹੜਾ ਫਾਸਟ ਟਰੈਕ ਚਲਾ ਕੇ ਉਹਦੀ ਕੇਸ ਦੀ ਸੁਣਵਾਈ ਕੀਤੀ ਜਾਵੇ, ਉਹਨੂੰ ਕੇਸ ਛੇਤੀ ਖਤਮ ਕੀਤਾ ਜਾਏ, ਬਾਦਲ ਨੂੰ ਸਜ਼ਾ ਦਵਾਈ ਜਾਵੇ। ਨਹੀਂ, ਤੁਸੀਂ ਇਹ ਪਹਿਲਾਂ ਦੱਸੋ ਕਿ ਮੋਰਚੇ ਦੀ ਇਹੀ ਮੰਗ ਸੀ ਕਿ ਉਸ ਵੇਲੇ ਦੇ ਤਤਕਾਲੀ ਮੁੱਖ ਮੰਤਰੀ ਤੇ
ਤਤਕਾਲੀ ਉਪ ਮੁੱਖ ਮੰਤਰੀ ਤੇ ਡੀਜੀਪੀ ਦੇ ਨਾਂ ਸ਼ਾਮਲ ਹੋਣੇ ਚਾਹੀਦੇ ਸੀ, ਇਹੀ ਮੁੱਖ ਮੰਗ ਸੀ? ਇਹ ਇਸ ਤਰ੍ਹਾਂ ਨਹੀਂ ਸੀ ਹੈਗੀ ਸ਼ਾਮਲ ਹੀ ਹੋਣੇ ਚਾਹੀਦੇ ਨੇ ਨਾਮ, ਜਾਂ ਇਹੀ ਇੱਥੇ ਤੱਕ ਹੀ ਸੀ? ਨਹੀਂ, ਇਹੀ ਸੀ ਬਿਲਕੁਲ, ਵੀ ਉਹਨਾਂ ਨੂੰ ਉਹਨਾਂ ਦੇ ਸ਼ਾਮਲ ਹੋਣ, ਇਹ ਨਹੀਂ ਸੀ ਵੀ ਕੋਈ ਦਬਾਅ ਪਾਇਆ ਵੀ ਉਹਨਾਂ ਨੂੰ ਸ਼ਾਮਲ ਕਰੋ। ਇਹ ਸੀ ਕਿ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਕੀਤੀ ਜਾਵੇ, ਜੇ ਉਹ ਉਹਦੇ ਵਿੱਚ ਇਨਵੋਲਵ ਨੇ ਤੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਦੋਂ ਕਿ ਪਹਿਲਾਂ ਉਸ ਖਾਸ ਪ੍ਰਭਾਵ ਦੇ ਨਾਲ ਜਿਹੜੀਆਂ ਸਿੱਟਾਂ ਬਣਦੀਆਂ ਰਹੀਆਂ, ਉਹ ਆਪਣੀ ਉਹਨਾਂ ਸਿੱਟਾਂ ਨੂੰ ਵਰਤਦੇ ਵੀ ਰਹੇ, ਕਿਉਂਕਿ ਉਹ ਮੌਜੂਦਾ ਉਸ ਸਰਕਾਰ ਦੇ ਵਿੱਚ ਸੀਗੇ ਤੇ ਲੰਮਾ ਸਮਾਂ ਪੰਜਾਬ ਸਟੇਟ ਦੇ ਉਹ ਮੁੱਖ ਮੰਤਰੀ ਰਹੇ ਨੇ ਜੀ, ਉਹਨਾਂ ਦਾ ਇੱਕ ਖਾਸ ਪ੍ਰਭਾਵ ਸੀਗਾ। ਤੇ ਇਸ ਗੱਲ ਕਰਕੇ ਆਪਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕੀਤੀ ਵੀ ਇਹਨੂੰ ਫੜ ਕੇ ਅੰਦਰ ਦਿਓ। ਮੋਰਚੇ ਦੀ ਇਹ ਮੰਗ ਸੀਗੀ ਕਿ ਉਹ ਸਾਰੇ ਬੰਦੇ ਜਿਹੜੇ ਸੂਤਰਧਾਰ ਸੀ, ਉਹਨਾਂ ਸਾਰਿਆਂ ਦੀ ਸਹੀ ਇਨਵੈਸਟੀਗੇਸ਼ਨ ਹੋਵੇ ਤੇ ਜਿਹੜਾ ਵੀ ਉਹ 'ਚ ਦੋਸ਼ੀ ਪਾਇਆ ਜਾਏ ਉਹਦਾ ਚਲਾਨ ਜਿਹੜਾ ਹੈ ਉਹ ਪੇਸ਼ ਕੀਤਾ ਜਾਏ। ਕਿਉਂਕਿ ਜਿਹੜਾ ਸਟੇਟ ਦਾ ਮੁੱਖ ਮੰਤਰੀ ਹੁੰਦਾ ਉਹ ਤੇ ਪੁਲਿਸ ਮੁਖੀ ਹੁੰਦਾ ਡੀਜੀਪੀ ਜੀ, ਇਹਨਾਂ ਦੋਨਾਂ ਤੋਂ ਬਿਨਾਂ ਸਟੇਟ ਦੇ ਵਿੱਚ ਐਡੀ ਵੱਡੀ ਜਿਹੜੀ ਕਾਰਵਾਈ ਹੋਈ ਹੋਣੀ, ਕਾਰਵਾਈ ਹੋਣ ਤੋਂ ਬਾਅਦ ਜੀ ਉਹਦੇ ਉੱਤੇ ਕਈ ਮਹੀਨਿਆਂ ਬੱਧੀ, ਸਾਲਾਂ ਬੱਧੀ ਉੱਤੇ ਕੋਈ ਕਾਰਵਾਈ ਨਾ ਹੋਣੀ, ਔਰ ਸਪਸ਼ਟ ਕੁਝ ਬੰਦਿਆਂ ਨੇ ਕੰਧ ਤੇ ਲਿਖ ਦੇਣਾ ਵੀ ਅਸੀਂ ਕੀਤਾ ਆ, ਤੇ ਫਿਰ ਵੀ ਉਹਨਾਂ ਤੇ ਕੋਈ ਗੱਲ ਨਾ ਕਰਨੀ, ਇਹ ਕਿਤੇ ਨਾ ਕਿਤੇ ਬਹੁਤ ਵੱਡਾ ਬੇਈਮਾਨਾ ਸੀਗਾ। ਇਸ ਕਰਕੇ ਜਿਹੜੀ ਇਹ ਹਾਈ ਕੋਰਟ ਨੇ ਇੱਕ ਆਰਡਰ ਕੀਤੇ ਸੀਗੇ ਕਿ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਕੇ ਔਰ ਇਸ ਕੇਸ ਦੀ ਇਨਵੈਸਟੀਗੇਸ਼ਨ ਦਾ ਕੋਈ ਵੀ ਭਾਗ ਲੋਕਾਂ ਸਾਹਮਣੇ ਨਾ ਰੱਖਿਆ ਜਾਏ, ਕਿਸੇ ਵੀ ਪੁਲਿਸ ਅਫਸਰ ਕੋਲ ਕਿਤੇ ਵੀ ਲੀਕ ਨਾ ਕੀਤਾ ਜਾਏ, ਸਿੱਧਾ ਕੋਰਟ 'ਚ ਦਿੱਤਾ ਜਾਏ। ਸੋ ਇਹ ਹਾਈ ਕੋਰਟ ਦੀ ਡਾਇਰੈਕਸ਼ਨ ਸੀ, ਈਵਨ ਸਗੋਂ ਲੇਟ ਹੋਈ ਆ, ਉਹਨਾਂ ਨੇ 6 ਮਹੀਨੇ 'ਚ ਕਿਹਾ ਸੀ, ਇਹਨੂੰ ਸਮਾਂ ਲੱਗ ਗਿਆ ਜੀ। ਸਮਾਂ ਇਹ ਲੱਗ ਗਿਆ ਕਿ ਉੱਤੇ ਸਟੇ ਹੋਈ ਸੀ ਕੇਸ ਦੇ ਉੱਤੇ, ਉਹ ਜੁਲਾਈ ਦੀ ਕੁਝ ਤਰੀਕ ਨੂੰ ਉਹ ਸਟੇ ਹਟੀ, ਉਦੋਂ ਬਾਅਦ ਇਹ ਇਨਕੁਆਇਰੀ ਹੁੰਦੀ ਰਹੀ। ਇਨਕੁਆਇਰੀ ਦੇ ਵਿੱਚ ਉਹਨਾਂ ਨੇ ਇਹ ਪਾਇਆ ਆ ਕਿ ਮੁੱਖ ਮੰਤਰੀ, ਉਪ ਮੁੱਖ ਮੰਤਰੀ ਜਿਹੜਾ ਸੀਗਾ ਸੁਖਬੀਰ ਸਿੰਘ ਬਾਦਲ ਤੇ ਸਮੇਤ ਸਾਣੀ ਡੀਜੀਪੀ, ਚਰਨਜੀਤ ਸ਼ਰਮਾ ਜਿਹੜਾ ਸੀਗਾ, ਤੇ ਹੋਰ ਜਿਹੜੇ ਵੀ ਉਹਦੇ ਵਿੱਚ ਲੋੜੀਂਦੇ ਸੀਗੇ, ਉਹਨਾਂ ਸਾਰਿਆਂ ਦੀ ਜਿਹੜੀ ਸਹੀ ਇਨਵੈਸਟੀਗੇਸ਼ਨ ਹੋ ਕੇ ਚਲਾਨ ਪੇਸ਼ ਹੋਇਆ। ਹੁਣ ਅਗਲਾ ਜਿਹੜਾ ਕੰਮ ਹੈ ਉਹ ਹੈਗਾ ਆ ਉਹਨਾਂ ਦੀਆਂ ਗਵਾਹੀਆਂ ਦਾ, ਤੇ ਉਸ ਕੇਸ ਅਦਾਲਤ ਦਾ, ਉਹਦੇ ਉੱਤੇ ਅਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ। ਸਾਡਾ ਮੰਤਵ ਇਹ ਸੀ ਵੀ ਸਹੀ ਇਨਕੁਆਇਰੀ ਹੋ ਜਾਵੇ, ਇਹ ਗੱਲ ਜਿਹੜਾ ਹੈ ਕਿ ਸਟੇਟ ਨੇ ਉਹਦੀ ਇਨਕੁਆਇਰੀ ਸਹੀ ਹੋਣ ਦਿੱਤੀ ਆ। ਪਰ ਤੁਹਾਨੂੰ ਇੰਨਾ ਭਰੋਸਾ ਹੈਗਾ ਕਿ ਹੁਣ ਬਤੌਰ ਮੁਲਜ਼ਮ ਬਣਾਏ ਗਏ ਨੇ ਆਗੂ, ਤੇ ਜਿਹੜਾ ਕੇਸ ਚੱਲੂਗਾ ਉਹ ਠੀਕ ਤਰੀਕੇ ਨਾਲ ਚੱਲੂਗਾ, ਇਨਸਾਫ ਮਿਲੂਗਾ ਹੁਣ ਅਦਾਲਤ ਤੇ? ਨਹੀਂ, ਇਹ ਗੱਲ ਤਾਂ ਕਦੀ ਵੀ ਨਹੀਂ ਆਪਾਂ ਕਹਿ ਸਕਦੇ ਵੀ ਇਹ ਇੰਜ ਹੀ ਹੋਊਗਾ, ਪਰ ਫਿਰ ਵੀ ਆਪਾਂ ਨੂੰ ਉਮੀਦ ਹੈ ਵੀ ਹੋਊਗਾ। ਜੇ ਨਹੀਂ ਹੁੰਦਾ ਤੇ ਅਸੀਂ ਕਿਹੜਾ ਕਿਤੇ ਚੱਲੇ ਆ, ਤੇ ਨਾ ਹੀ ਇਹ ਰੋਡ ਕਿਤੇ ਚੱਲੇ ਨੇ, ਨਾ ਹੀ ਪੰਜਾਬ ਕਿਤੇ ਚੱਲਿਆ ਆ, ਤੇ ਨਾ ਹੀ ਅਸੀਂ ਆਪਣੇ ਗੁਰੂ ਤੋਂ ਮੁੱਖ ਮੋੜਨਾ ਹੈ, ਨਾ ਹੀ ਉਹਨਾਂ ਸ਼ਹੀਦਾਂ ਤੋਂ ਮੋੜਨਾ ਆ। ਜੇ ਕੋਈ ਸਾਨੂੰ ਗੱਲ ਇਦਾਂ ਦੀ ਲੱਗੂਗੀ ਤੇ ਜਿੱਥੇ ਸੰਗਤ ਨੇ ਪਹਿਲਾਂ ਫੈਸਲੇ ਕੀਤੇ ਨੇ ਫਿਰ ਕਰ ਲੂਗੀ ਸੰਗਤ ਫੈਸਲਾ। ਮੈਂ ਬਾਬਾ ਜੀ ਉਹੀ ਗੱਲ ਕਰ ਰਿਹਾ, ਸੰਗਤ ਕੀ ਚਾਹੁੰਦੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦਾ ਨਾਂ ਬਤੌਰ ਮੁਲਜ਼ਮਾਂ ਚਾਰਜ ਸ਼ੀਟ ਦੇ ਵਿੱਚ ਦਾਖਲ ਕੀਤਾ ਜਾਵੇ, ਜਾਂ ਸੰਗਤ ਇਹ ਚਾਹੁੰਦੀ ਹੈ, ਜਾਂ ਸੰਗਤ ਵੈਸੇ ਹੀ ਆਪਣੇ ਮਨਾਂ 'ਚ ਮੰਨ ਚੁੱਕੀ ਆ ਵੀ ਉਹੀ ਕਸੂਰਵਾਰ ਨੇ, ਦੋਸ਼ੀ ਵੀ ਠਹਿਰਾਇਆ ਜਾਣਾ ਚਾਹੀਦਾ? ਇਸ ਤਰੀਕੇ ਦੀ ਗੱਲ ਹੈ? ਨਹੀਂ, ਵੇਖੋ, ਸੰਗਤ ਦਾ ਜਿਹੜਾ ਰੋਸ ਆ ਉਹ ਸਮੇਂ ਦੀ ਸਰਕਾਰ ਤੇ ਬਹੁਤ ਵੱਡਾ ਆ, ਕਿ ਉਹਨਾਂ ਨੇ ਜਿਹੜੇ ਬੰਦੇ ਨੇ ਇੱਥੇ ਬਹੁਤ ਜ਼ਿਆਦੀਆਂ ਗਲਤੀਆਂ ਕੀਤੀਆਂ ਤੇ ਉਹਨੂੰ ਉਹਨਾਂ ਨੇ ਨਵਾਜਿਆ, ਉਹਨਾਂ ਦੀ ਪੁਸ਼ਤਪਨਾਹੀ ਕੀਤੀ, ਉਹਨਾਂ ਬੰਦਿਆਂ ਨੂੰ ਅਰੈਸਟ ਨਹੀਂ ਕੀਤਾ, ਉਹਦੇ ਡੇਰੇ 'ਚ ਉਹਨੂੰ ਫੜ ਕੇ ਨਹੀਂ ਲਿਆਏ ਜਿਨ੍ਹਾਂ ਨੇ ਚੈਲੰਜ ਕੀਤਾ ਸਿੱਖ ਕੌਮ ਨੂੰ, ਔਰ ਉਹਨਾਂ ਦੀਆਂ ਫਿਲਮਾਂ ਤੱਕ ਚਲਾਈਆਂ। ਇੱਕ ਗੱਲ ਨਹੀਂ ਹੈਗੀ, ਬਹੁਤ ਗੱਲਾਂ ਨੇ, ਪਰ ਆਪਾਂ ਕਹਿੰਦੇ ਆ ਵੀ ਹੁਣ ਇਹ ਕੇਸ ਜਿਹੜਾ ਆ ਇਹ ਕੋਰਟ ਦੇ ਵਿੱਚ ਆ, ਇਸ ਕਰਕੇ ਆਪਾਂ ਇਹਦੇ ਉੱਤੇ ਬਹੁਤ ਜ਼ਿਆਦਾ ਚਰਚਾ ਨਹੀਂ ਕਰ ਸਕਦੇ। ਪਰ ਇਹ ਆ ਕਿ ਅੱਜ ਜਿਹੜਾ ਚਲਾਨ ਪੇਸ਼ ਹੋਇਆ ਉਸ ਤੋਂ ਅਸੀਂ ਸੰਤੁਸ਼ਟ ਹਾਂ ਕਿ ਉਹ ਚਲਾਨ ਪੇਸ਼ ਹੋਇਆ। ਅੱਗੇ ਉਹਦੀ ਕੀ ਕਾਰਵਾਈ ਹੁੰਦੀ ਹੈ ਉਹ ਜਿਵੇਂ ਜਿਵੇਂ ਹੋਊਗੀ ਉਵੇਂ ਆਪਾਂ ਵੇਖਾਂਗੇ, ਠੀਕ ਹੈ। ਪਰ ਇਹਦੇ ਉੱਤੇ ਮਤਲਬ ਇਸ ਤਰ੍ਹਾਂ ਨਹੀਂ ਕਹਿ ਸਕਦੇ ਵੀ ਅਸੀਂ ਇਸ ਗੱਲ ਲਈ ਬੈਠੇ ਹਾਂ ਕਿ ਸੁਖਬੀਰ ਬਾਦਲ ਨੂੰ ਅੰਦਰ ਕਰੋ। ਸਾਡਾ ਇਹ ਸੀ ਵੀ ਸਹੀ ਇਨਵੈਸਟੀਗੇਸ਼ਨ ਹੋ ਕੇ ਜਿਹੜੇ ਵੀ ਬੰਦੇ ਚ ਲੜੀਂਦੇ ਨੇ ਉਹਨਾਂ ਤੇ ਕਾਰਵਾਈ ਹੋਏ। ਠੀਕ ਹੈ, ਤੁਸੀਂ ਵੀ ਧੰਨਵਾਦ ਕਰ ਰਹੇ ਹੋ ਸਰਕਾਰ ਦਾ, ਤੁਸੀਂ ਕਹਿ ਰਹੇ ਹੋ ਕਿ ਠੀਕ ਕੀਤਾ ਸਰਕਾਰ ਨੇ, ਸੁਖਰਾਜ ਉਹਨੀ ਵੀ ਧੰਨਵਾਦ ਕਰ ਰਹੇ ਨੇ। ਮਾਨ ਸਰਕਾਰ ਇਹ ਕਰ ਗਈ, ਚਾਰਜ ਸ਼ੀਟ ਦੇ ਵਿੱਚ ਨਾਂ ਪਾ ਗਈ। ਕੈਪਟਨ ਸਰਕਾਰ, ਤੁਹਾਨੂੰ ਕੀ ਲੱਗਦਾ ਕਿ ਕੈਪਟਨ ਸਰਕਾਰ ਨੇ ਇਹ ਦੋ ਨਾਂ ਕਿਉਂ ਨਹੀਂ ਪਾਏ? ਕੈਪਟਨ ਅਮਰਿੰਦਰ ਸਿੰਘ ਤੋਂ ਜਦੋਂ ਪੁੱਛਿਆ ਜਾਂਦਾ ਸੀ, ਜਦੋਂ ਮੁੱਖ ਮੰਤਰੀ ਸੀ, ਉਹਨਾਂ ਦੀ ਸਰਕਾਰ ਸੀ, ਉਹ ਕਹਿੰਦੇ ਕਿ ਮੈਂ ਐਵੇਂ ਕਿਸੇ ਦਾ ਨਾਂ ਨਹੀਂ ਪਵਾ ਸਕਦਾ, ਕੋਈ ਸਬੂਤ ਹੋਣਾ ਚਾਹੀਦਾ ਹੈ। ਕੀ ਲੱਗਦਾ ਹੈ ਕਿ ਜੇ ਇੰਨਾ ਹੀ ਸੁਖਾਲਾ ਸੀ ਤੇ ਫਿਰ ਕੈਪਟਨ ਅਮਰਿੰਦਰ ਨੇ ਉਹ ਕਿਉਂ ਨਹੀਂ ਕੀਤਾ ਕੰਮ? ਹਾਂਜੀ, ਬਿਲਕੁਲ। ਕੈਪਟਨ ਅਮਰਿੰਦਰ ਸਿੰਘ ਗੁਰੂ ਗ੍ਰੰਥ ਸਾਹਿਬ ਲਈ ਸੁਹਿਰਦੀ ਨਹੀਂ ਸੀ ਹੈਗਾ। ਜੇ ਕੈਪਟਨ ਅਮਰਿੰਦਰ ਸਿੰਘ ਗੁਰੂ ਗ੍ਰੰਥ ਸਾਹਿਬ ਲਈ ਸੁਹਿਰਦ ਹੁੰਦਾ, ਸਾਡੇ ਲਈ ਗੁਰੂ ਗ੍ਰੰਥ ਸਾਹਿਬ ਦੀ
ਜਿਹੜੀ ਪਾਵਨ ਬਾਣੀ ਆ ਉਹਦਾ ਇੱਕ ਇੱਕ ਅੱਖਰ ਵੀ ਉਨਾ ਹੀ ਮਾਇਨੇ ਰੱਖਦਾ ਜਿੰਨਾ ਗੁਰੂ ਗ੍ਰੰਥ ਸਾਹਿਬ। ਉਹ ਅਕਾਲੀ ਬਾਣੀ ਆ ਤੇ ਇਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਉਸ ਤੋਂ ਮੁੱਕਰੇ ਹੋਏ ਨੇ। ਸੋ ਇਸ ਕਰਕੇ ਇਹਨਾਂ ਦੇ ਉੱਤੇ ਇਹ ਗੱਲ ਕੀਤੀ ਨਹੀਂ ਜਾ ਸਕਦੀ ਵੀ ਇਹਨਾਂ ਨੇ ਬੇਈਮਾਨਾ ਨਾ ਕੀਤਾ ਹੋਏ, ਜਦੋਂ ਕਿ ਇਹ ਗੱਲ ਇਹਨਾਂ ਨੇ ਹਿੱਕ ਠੋਕ ਕੇ ਕਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਬੇਅਦਬੀ ਦੀਆਂ ਪੈੜਾਂ ਨੇ ਉਹ ਬਾਦਲ ਉਹ ਲੰਬੀ ਨੂੰ ਜਾਂਦੀਆਂ ਨੇ। ਲੰਬੀ ਕੌਣ ਰਹਿੰਦਾ ਹੈ? ਜਾਂ ਤੁਹਾਨੂੰ ਇਹ ਲੱਗਦਾ ਕਿ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਮੇਸ਼ਾ ਕਹਿੰਦੇ ਰਹਿੰਦੇ ਨੇ ਕਿ ਮਿਲ ਕੇ ਖੇਡਦੀਆਂ ਰਹੀਆਂ ਸਰਕਾਰਾਂ, ਕਿ ਇਸ ਵੇਲੇ ਮੈਂ ਤੁਹਾਨੂੰ ਬਚਾਊਂਗਾ, ਅਗਲੀ ਵਾਰ ਜਦੋਂ ਮੈਂ ਕਿਤੇ ਫਸਦਾ ਹੋਇਆ ਤੁਸੀਂ ਮੈਨੂੰ ਬਚਾ ਲਿਓ, ਇਸੇ ਤਰੀਕੇ ਦਾ ਤੁਹਾਨੂੰ ਲੱਗਦਾ? ਤੁਹਾਨੂੰ ਵੀ ਲੱਗਦਾ ਕਿ ਇਸੇ ਤਰੀਕੇ ਨਾਲ ਸਿਆਸਤ ਹੁੰਦੀ ਰਹੀ? ਇਹ ਚੱਲਦੀ ਰਹੀ ਹੈ ਜੀ, ਬਿਲਕੁਲ ਚੱਲਦੀ ਰਹੀ ਆ। ਅਸੀਂ ਵੇਖੋ ਇਹ ਨਹੀਂ ਕਹਿ ਸਕਦੇ ਹੈਗੇ ਕਿ ਅੱਗੇ ਭਗਵੰਤ ਮਾਨ ਬਾਕੀ ਮਾਮਲਿਆਂ 'ਚ ਕਿਵੇਂ ਰਹੂਗਾ, ਇਹ ਗੱਲ ਅਸੀਂ ਨਹੀਂ ਕਹਿ ਸਕਦੇ, ਕਿਉਂਕਿ ਉਹਨਾਂ ਕੋਲ ਰਾਜ ਆ, ਉਹ ਕੀ ਕਰਨਗੇ ਕੱਲ ਨੂੰ, ਉਲਟਾ ਸਿੱਧਾ ਕੰਮ ਕਰ ਦੇਣਾ। ਅਸੀਂ ਇਹ ਨਹੀਂ ਕਹਿ, ਅਸੀਂ ਇਸ ਕੰਮ ਲਈ ਉਹਨਾਂ ਨੂੰ ਸ਼ਾਬਾਸ਼ ਦਿੰਦੇ ਆ ਵੀ ਉਹਨਾਂ ਨੇ ਅਫਸਰਾਂ ਨੂੰ ਕੰਮ ਕਰਨ ਦਿੱਤਾ। ਇਹ ਨਹੀਂ ਕੀਤਾ ਕਿ ਉਹਨਾਂ ਨੇ ਸਾਡੇ ਤੇ ਕੋਈ ਆਸਾਨ ਕਰ ਦਿੱਤਾ ਆ, ਇਹ ਵੀ ਗੱਲ ਨਹੀਂ ਹੈਗੀ। ਇਹ ਉਹਨਾਂ ਦੀ ਜ਼ਿੰਮੇਵਾਰੀ ਸੀ, ਲੋਕਾਂ ਨੇ ਉਹਨਾਂ ਨੂੰ ਚੁਣਿਆ ਆ, ਬਾਕੀਆਂ ਨੂੰ ਰੱਦ ਕਰਕੇ ਉਹਨਾਂ ਨੇ ਚੁਣਿਆ, ਰੱਦ ਕਰਕੇ ਤਾਂ ਹੀ ਚੁਣਿਆ ਵੀ ਪਹਿਲਿਆਂ ਨੇ ਕੁਝ ਨਹੀਂ ਕੀਤਾ ਤੇ ਇਤੋਂ ਲੋਕਾਂ ਨੂੰ ਉਮੀਦ ਸੀ। ਇਸ ਗੱਲ ਲਈ ਅਸੀਂ ਉਹਦਾ ਧੰਨਵਾਦ ਕਰਨੇ ਆ ਕਿ ਉਹਨੇ ਆਪਣੇ ਜਿਹੜੇ ਅਫਸਰ ਸੀਗੇ ਸਿੱਟ ਦੇ ਉਹਨਾਂ ਨੂੰ ਕੰਮ ਕਰਨ ਦਿੱਤਾ। ਜੇ ਕੋਈ ਉਹ ਪ੍ਰੈਸ਼ਰਾਈਜ਼ ਕਰਦਾ ਜਾਂ ਦੂਜੀ ਧਿਰ ਵੱਲੋਂ ਕਰਦਾ ਤੇ ਹੋ ਸਕਦਾ ਸੀ ਇਹ ਇਸ ਤਰੀਕੇ ਦਾ ਚਲਾਨ ਨਾ ਪੇਸ਼ ਹੁੰਦਾ। ਬਹੁਤ ਵੱਡਾ ਕਦਮ ਮੰਨਦੇ ਹੋ ਤੁਸੀਂ ਕਿ ਹਾਂ ਸਰਕਾਰ ਦਾ ਇਹ ਹੈ? ਨਹੀਂ, ਅਸੀਂ ਇਸ ਤਰ੍ਹਾਂ ਨਹੀਂ ਮੰਨਦੇ ਹੈਗੇ। ਅਸੀਂ ਇਹ ਗੱਲ ਜ਼ਰੂਰ ਮੰਨਦੇ ਆ ਵੀ ਭਗਵੰਤ ਮਾਨ ਨੇ ਇਹ ਗੱਲ ਕੀਤੀ ਸੀ, ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਸਹੀ ਜਿਹੜੀ ਇਨਕੁਆਇਰੀ ਕਰਾਂਗੇ, ਅਸੀਂ ਲੋਕਾਂ ਨੂੰ ਇਨਸਾਫ ਦੇਵਾਂਗੇ। ਔਰ ਅੱਜ ਉਹਨਾਂ ਨੇ ਜਿਹੜੀ ਸਿੱਟ ਦੀ ਇਨਕੁਆਇਰੀ ਸੀ ਉਹ ਸਹੀ ਤਰੀਕੇ ਨਾਲ ਹੋਣ ਦਿੱਤੀ ਆ, ਸਹੀ ਤਰੀਕੇ ਨਾਲ ਕੀਤੀ ਆ। ਉਹਨਾਂ ਨੇ ਦਬਾਅ ਨਹੀਂ ਕਿਸੇ ਤੇ ਪਾਇਆ, ਸਾਰਾ ਕੁਝ ਹੋਣ ਦਿੱਤਾ ਆ। ਔਰ ਮੋਰਚੇ ਨਾਲ ਵੀ ਉਹਨਾਂ ਨੇ ਕਿਤੇ ਵੀ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਜਿਹੜੀ ਉਹਨਾਂ ਨੇ ਕਰਕੇ, ਜਦੋਂ ਉਹਨਾਂ ਨੇ ਟਵੀਟ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਕਰਾਂਗੇ। ਸੋ ਉਹ ਉਸ ਆਪਣੇ ਵਾਅਦੇ ਤੇ ਪੂਰੇ ਉਤਰੇ ਨੇ। ਅੱਗੇ ਹੁਣ ਕੰਮ ਹੈਗਾ ਕੋਟਾਂ ਦਾ। ਕੋਟਾਂ ਕੀ ਕਰਦੀਆਂ ਨੇ, ਉਹ 'ਚ ਕੌਣ ਕਿਹਨੂੰ ਖਰੀਦਦਾ, ਕੌਣ ਕਿਹਨੂੰ ਬੰਨਦਾ ਆ, ਇਹ ਅਗਲਾ ਵਿਸ਼ਾ ਆ ਜੀ। ਅੱਜ ਤੱਕ ਅਸੀਂ ਇਸ ਗੱਲ ਤੋਂ ਸੰਤੁਸ਼ਟ ਹਾਂ ਕਿ ਭਗਵੰਤ ਸਿੰਘ ਮਾਨ ਹੋਣਾ ਨੇ ਇਹ ਪੰਜਾਬ ਦੇ ਜੋ ਵਾਅਦਾ ਉਹਨਾਂ ਨੇ ਕੀਤਾ ਸੀਗਾ ਇਲੈਕਸ਼ਨ ਦੇ ਵਿੱਚ, ਇਸ ਗੱਲ ਦਾ ਉਹਨਾਂ ਨੇ ਨਿਭਾਇਆ। ਹਾਂ, ਠੀਕ ਹੈ। ਤੇ ਦੂਸਰੇ ਮੋਰਚੇ ਤੇ ਚੱਲਦੇ ਆ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਗਾਤਾਰ ਜਿਹੜਾ 7 ਜਨਵਰੀ ਤੋਂ ਮੋਰਚਾ ਚੱਲ ਰਿਹਾ, ਲਗਾਤਾਰ ਮਹੀਨੇ ਤੋਂ ਜਿਹੜਾ ਵੱਧ ਹੋ ਗਿਆ। ਇਸ ਮੋਰਚੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਮੋਰਚਾ ਕਿੰਨਾ ਕੁ ਲੰਬਾ ਚੱਲਣ ਵਾਲਾ ਹੈ? ਦੇਖੋ, ਗੱਲ ਇਹ ਆ ਕਿ ਇਸ ਮੋਰਚੇ ਦੀਆਂ ਬੜੀਆਂ ਗੁੰਝਲਦਾਰ ਪਰਤਾਂ ਨੇ। ਇਹ ਇੰਨਾ ਸਿੱਧਾ ਨਹੀਂ ਹੈਗਾ ਵੀ ਇਹਨੂੰ ਇੱਕਦਮ ਆਪਾਂ ਕਹਿ ਲਈਏ ਵੀ ਐਸ ਕਰਕੇ ਲੱਗਾ ਤੇ ਐਸ ਕਰਕੇ ਹਟ ਜਾਊਗਾ, ਕਿਉਂਕਿ ਇਹਦੇ ਵਿੱਚ ਖੇਤੀ ਕਾਨੂੰਨਾਂ ਤੋਂ ਬਹੁਤ ਔਖਾ ਮੋਰਚਾ ਹੈ। ਬਹੁਤ ਔਖਾ ਜੀ, ਬਹੁਤ ਔਖਾ ਹੈ। ਇਹ ਇਸ ਕਰਕੇ ਔਖਾ ਆ ਕਿ ਇਹਦੇ ਵਿੱਚ ਕਈ ਚੀਜ਼ਾਂ ਇਨਵੋਲਵ ਨੇ। ਇਹਦੇ 'ਚ ਰਾਜ ਸਰਕਾਰ ਜਿਹੜੀ ਆ ਇਨਵੋਲਵ ਆ, ਇਹਦੇ ਵਿੱਚ ਸੈਂਟਰ ਸਟੇਟ ਇਨਵੋਲਵ ਆ, ਇਹਦੇ ਵਿੱਚ ਕੋਟਾਂ ਇਨਵੋਲਵ ਨੇ। ਇਸ ਕਰਕੇ ਇਹਨੂੰ ਇਸ ਤਰ੍ਹਾਂ ਨਹੀਂ ਸੋਚਿਆ ਜਾ ਸਕਦਾ ਵੀ ਇਸ ਮੋਰਚੇ ਦਾ ਜਿਹੜਾ ਪੱਖ ਆ ਜਾਂ ਜਿਹੜਾ ਫੈਸਲਾ ਕਿਵੇਂ ਦਾ ਹੋਊਗਾ। ਮੰਨ ਲਓ ਕਿ ਇੱਕ ਧਿਰ ਬੇਈਮਾਨ ਹੋ ਜਾਂਦੀ ਆ ਤੇ ਤਾਂ ਇਹ ਮੋਰਚਾ ਲੰਮਾ ਚੱਲ ਜਾਊਗਾ। ਮੰਨ ਲਓ ਕਾਨੂੰਨੀ ਪੱਖ ਇਹ ਲੈ ਜੇ ਵੀ ਅਸੀਂ ਤਾਂ ਕਾਨੂੰਨ ਵਾਲੇ ਪਾਸੇ ਤੋਂ ਟਸਮਸ ਨਹੀਂ ਹੁੰਦੇ ਤੇ ਤਾਂ ਰਿਹਾਈ ਨਹੀਂ ਹੋ ਸਕਦੀ। ਜੇ ਸੈਂਟਰ ਸਟੇਟ ਕਹੇ ਕਿ ਅਸੀਂ ਨਹੀਂ ਕਰਦੇ, ਖਤਰਾ ਸਟੇਟ ਨੂੰ, ਤਾਂ ਰਿਹਾਈ ਨਹੀਂ ਹੋ ਸਕਦੀ। ਜੇ ਸਟੇਟ ਗਵਰਨਮੈਂਟ ਕਹੇ ਕਿ ਸਾਡੀ ਸਟੇਟ ਦੇ ਵਿੱਚ ਗੜਬੜ ਹੋ ਸਕਦੀ, ਅਸੀਂ ਇਹਨਾਂ ਨੂੰ ਨਹੀਂ ਇੱਥੇ ਰੱਖ ਸਕਦੇ, ਤਾਂ ਰਿਹਾਈ ਨਹੀਂ ਹੋ ਸਕਦੀ। ਕਿਉਂਕਿ ਇਹ ਮੋਰਚਾ ਬਹੁਤ ਔਖਾ ਹੈ ਆਪਣੇ ਆਪ। ਮੋਰਚਾ ਲੱਗਿਆ ਬਾਬਾ ਜੀ ਕਿਹਦੇ ਅੱਗੇ ਆ? ਸੈਂਟਰ ਸਰਕਾਰ ਦੇ ਅੱਗੇ ਲੱਗਿਆ ਜਾਂ ਪੰਜਾਬ ਸਰਕਾਰ ਦੇ ਅੱਗੇ ਲੱਗਿਆ? ਨਹੀਂ, ਮੇਰੇ ਖਿਆਲ 'ਚ ਇਹ ਗੱਲ ਦੇ ਉੱਤੇ ਇੱਕ ਬੜੀ ਵੱਡੀ ਡਿਬੇਟ ਹੋਣ ਵਾਲੀ ਆ। ਇਹਦਾ ਜਿਹੜੇ ਕਾਨੂੰਨੀ ਪੱਖ ਨੇ ਬਹੁਤ ਹੀ ਗੁੰਝਲਦਾਰ ਨੇ। ਇਹਦੇ ਵਿੱਚ ਕੁਝ ਬੰਦੇ ਜਿਹੜੇ ਨੇ ਉਹਨੂੰ ਸਟੇਟ ਗਵਰਨਮੈਂਟ ਹਰੀ ਝੰਡੀ ਦੇ ਸਕਦੀ ਆ ਜਿਹੜੇ ਪੰਜਾਬ ਦੇ ਨਾਲ ਸੰਬੰਧਿਤ ਨੇ, ਤੇ ਜਿਹੜਾ ਟਾਡਾ ਦਾ ਕੇਸ ਆ ਇਹ ਸੈਂਟਰ ਨਾਲ ਸੰਬੰਧਿਤ ਆ। ਤੇ ਇੱਕ ਆ ਗਈ ਯੂਟੀ। ਯੂਟੀ ਜਿਹੜੀ ਆ ਉਹ ਸਿੱਧੀ ਸੈਂਟਰ ਦੇ ਥੱਲੇ ਆ ਜਾਂਦੀ ਹੈ, ਗਵਰਨਰ ਥੱਲੇ ਆ ਜਾਂਦੀ ਆ। ਇਸ ਕਰਕੇ ਸਟੇਟ ਦਾ ਵੀ ਰੋਲ ਹੈ ਇਹ 'ਚ। ਸਟੇਟ ਦੇ ਵੀ ਆਪਾਂ ਕਹਿ ਸਕਦੇ ਹਾਂ ਵੀ ਸਟੇਟ ਵੀ ਇਹ 'ਚ ਭਾਈਵਾਲ ਹੋਊਗੀ। ਤੇ ਦੂਜੀ ਗੱਲ, ਸੈਂਟਰ ਵੱਡਾ ਹਿੱਸਾ ਜਿਹੜਾ ਆ ਉਹ ਸੈਂਟਰ ਦਾ ਆ। ਵੱਡਾ ਹਿੱਸਾ ਹੈਗਾ ਆ 2 ਬੰਦਿਆਂ ਦਾ, ਅਮਿਤ ਸ਼ਾਹ ਤੇ ਨਰਿੰਦਰ ਮੋਦੀ, ਦੇਸ਼ ਦੇ ਜਿਹੜੇ ਇਸ ਕੰਟਰੀ ਦੇ ਪ੍ਰਧਾਨ ਮੰਤਰੀ ਨੇ। ਉਹ ਇਸ ਗੱਲ ਨੂੰ ਕਰ ਸਕਦੇ ਨੇ। ਔਰ ਸਭ ਤੋਂ ਵੱਡੀ ਗੱਲ ਇਹਦੇ 'ਚ ਇਹ ਆ ਕਿ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ, ਹਕੂਮਤ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਇਹ ਬੰਦੇ ਕਿਸੇ ਤਰ੍ਹਾਂ ਦੀ ਭੀਖ ਨਹੀਂ ਮੰਗ ਰਹੇ ਕਿ ਸਾਨੂੰ ਛੱਡ ਦਿਓ ਜੀ, ਸਾਡੇ ਬੰਦੇ ਐਵੇਂ ਨਹੀਂ ਹੈਗਾ। ਇੱਥੇ ਮਸਲਾ ਇਹ ਆ ਕਿ
ਸਟੇਟ ਦਾ ਇੱਕ ਕਾਨੂੰਨ ਹੁੰਦਾ ਕਿ ਕਿਸੇ ਬੰਦੇ ਨੇ 14 ਸਾਲ ਕੱਟ ਲਈ ਉਹਦੀ ਰਿਹਾਈ ਬਣਦੀ ਆ, ਕਿਸੇ ਨੇ 12 ਸਾਲ ਕੱਟ ਲਈ ਉਹਦੀ ਰਿਹਾਈ ਬਣਦੀ ਆ। ਤਾਂ ਜਿਹੜੇ ਬੰਦੇ ਇਹ ਜਿਹੇ ਕੇਸਾਂ ਦੇ ਵਿੱਚ ਲੋੜੀਂਦੇ ਸੀ ਔਰ ਇਸ ਤੋਂ ਵੀ ਜ਼ਿਆਦਾ ਹਾਈਲਾਈਟ ਕੇਸਾਂ ਸੀ ਉਹ ਬੰਦੇ ਛੱਡੇ ਗਏ। ਔਰ ਦੂਜੀ ਜਿਹੜੀ ਧਿਰ ਆ ਉਸ ਧਿਰ ਨੇ ਇਸ ਧਿਰ ਦੇ ਬੰਦੇ ਮਾਰੇ ਸ਼ਰੇਆਮ, ਉਹਨਾਂ ਨੂੰ ਉਮਰ ਕੈਦਾਂ ਹੋਈਆਂ ਤੇ ਉਹਨਾਂ ਨੂੰ 2-2 ਸਾਲ ਬਾਅਦ ਸਟੇਟ ਨੇ ਰਿਹਾ ਕਰਤਾ। ਇਹੀ ਗੱਲ ਰਵਨੀਤ ਬਿੱਟੂ, ਆਪਾਂ ਪਿਛਲੀ ਇੰਟਰਵਿਊ 'ਚ ਤੁਹਾਡੇ ਨਾਲ ਗੱਲ ਹੋਈ ਰਵਨੀਤ ਬਿੱਟੂ ਦੇ ਬਿਆਨਾਂ ਤੇ, ਰਵਨੀਤ ਬਿੱਟੂ ਇਹ ਵੀ ਕਹਿ ਰਹੇ ਨੇ ਕਿ ਜਿਹੜੇ ਇਹ ਸਿੰਘ ਨੇ ਜਿਨ੍ਹਾਂ ਨੂੰ ਕਹਿੰਦੇ ਕਿ ਤੁਸੀਂ ਬੰਦੀ ਸਿੰਘ ਕਹਿ ਰਹੇ ਹੋ, ਕਿਸੇ ਨੂੰ ਫਾਂਸੀ ਦੀ ਸਜ਼ਾ ਹੋਈ ਆ, ਕਿਸੇ ਨੂੰ ਆਖਰੀ ਸਾਹ ਤੱਕ ਉਮਰ ਕੈਦ ਦੀ ਸਜ਼ਾ ਹੋਈ ਆ। ਉਹ ਕਹਿੰਦੇ ਕਿ ਦੇਸ਼ ਦਾ ਕਾਨੂੰਨ ਇਹ ਕਹਿੰਦਾ ਵੀ ਜਿਹਨੂੰ ਫਾਂਸੀ ਦੀ ਸਜ਼ਾ ਹੋਈ ਹੋਵੇ ਤੇ ਜਿਹਨੂੰ ਆਖਰੀ ਸਾਹ ਤੱਕ ਉਮਰ ਕੈਦ ਦੀ ਸਜ਼ਾ ਹੋਈ ਹੋਵੇ ਉਸ ਨੂੰ ਪਰੋਲ ਨਹੀਂ ਦਿੱਤੀ ਜਾ ਸਕਦੀ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਹੀ ਗੱਲ ਹੈ? ਇਹ ਉਹਦਾ ਇੱਕ ਪੱਖ ਆ, ਪਰ ਇਹ ਜੋ ਕਹਿੰਦਾ ਵੀ ਨਹੀਂ ਹੋ ਸਕਦਾ, ਇਹ ਤੇ ਇੱਥੇ ਵਾਰ-ਵਾਰ ਹੋਇਆ। ਇੱਕ ਬੰਦੇ ਨੇ ਇੱਕ ਬੱਚੇ ਨੂੰ, ਇੱਕ ਬੀਬੀ ਨੂੰ, ਇੱਕ ਉਹਦੇ ਹਸਬੈਂਡ ਨੂੰ ਕਲਕੱਤੇ ਦੇ ਵਿੱਚ ਹੋਟਲ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ। ਉਹ ਬੰਦੇ ਥੋੜੇ ਚਿਰਾਂ ਬਾਅਦ ਇੱਕ ਹੁੰਦਾ ਆ ਰਿਹਾਈ ਦੇਣੀ, ਮਾਫੀ ਦੇਣੀ, ਇੱਕ ਹੁੰਦਾ ਦੋਸ਼ ਮੁਕਤ ਕਰ ਦੇਣਾ। ਉਹਨਾਂ ਬੰਦਿਆਂ ਨੂੰ ਦੋਸ਼ ਮੁਕਤ ਕਰਕੇ ਦੁਬਾਰੇ ਉਹਨਾਂ ਨੂੰ ਉਹਨਾਂ ਪੋਸਟਾਂ ਤੇ ਲਿਆ ਕੇ ਬਿਠਾਇਆ। ਇਹ ਜਿਹੜਾ ਕੰਮ ਕੀਤਾ, ਇਹ ਕਦੀ ਬਿੱਟੂ ਨੇ ਕਿਹਾ ਵੀ ਉਹ ਬੰਦੇ ਉਮਰ ਤੱਕ ਅੰਦਰ ਰਹਿਣੇ ਚਾਹੀਦੇ ਸਨ? ਜੇ ਤੇ ਉਹਨਾਂ ਦਾ ਕੇਸ ਬਿੱਟੂ ਲਾਉਂਦਾ ਆ ਤੇ ਫਿਰ ਸਾਡੇ ਵਾਲੇ ਵੀ ਰਹਿ ਲੈਣਗੇ, ਕੋਈ ਗੱਲ ਨਹੀਂ। ਮੈਂ ਮੋਰਚੇ ਵਾਲਿਆਂ ਨੂੰ ਜਾ ਕੇ ਹੱਥ ਜੋੜ ਲਾਂਗਾ, ਉੱਠ ਕੇ ਘਰਾਂ ਨੂੰ ਆ ਜਾਓ, ਰਹਿਣ ਦੋ ਹਵਾਰੇ ਉਹਨਾਂ ਨੂੰ ਅੰਦਰ। ਜੇ ਉਹ ਸਾਰੇ ਜ਼ਾਲਮ ਪੁਲਿਸ ਅਫਸਰ ਜਿਨ੍ਹਾਂ ਨੇ ਸਾਡੇ ਸਿੰਘਾਂ ਨੂੰ ਸ਼ਹੀਦ ਕੀਤਾ, ਜਿਨ੍ਹਾਂ ਨੇ ਛੋਟੇ ਬੱਚਿਆਂ ਨੂੰ ਸ਼ਹੀਦ ਕੀਤਾ, ਜੇ ਉਹ ਬੰਦੇ ਜਦੋਂ ਉਹਨਾਂ ਨੂੰ ਸਜ਼ਾਵਾਂ ਹੋਈਆਂ 2-2 ਸਾਲ ਕੱਟ ਕੇ ਬਾਹਰ ਆ ਗਏ ਨੇ, ਕਿਉਂ ਨਹੀਂ ਰਵਨੀਤ ਬਿੱਟੂ ਨੇ? ਜੇ ਗੱਲ ਕਰਨੀ ਤਾਂ ਫਿਰ ਬਰਾਬਰੀ ਕਰੋ। ਫਿਰ ਇਹ ਕਹੋ ਵੀ ਹਵਾਰਾ ਵੀ ਅੰਦਰ ਰਹਿਣਾ ਚਾਹੀਦਾ ਆ, ਇਹ ਸਿੰਘ ਵੀ ਅੰਦਰ ਰਹਿਣੇ ਚਾਹੀਦੇ ਨੇ ਤੇ ਉਹ ਜ਼ਾਲਮ ਪੁਲਿਸ ਅਫਸਰ ਵੀ ਅੰਦਰ ਰਹਿਣੇ ਚਾਹੀਦੇ ਨੇ, ਫਿਰ ਬਰਾਬਰ ਗੱਲ ਕਰੇ। ਜੇ ਕਹਿੰਦਾ ਵੀ ਪੁਲਿਸ ਵਾਲੇ ਦੇ ਬਹਾਦਰ ਸਾਨੂੰ ਤਾਂ ਬਾਹਰ ਆ ਜਾਣ, ਜਦੋਂ ਕਿਸੇ ਦਾ ਕਤਲ ਹੁੰਦਾ ਨਾ ਉਦੋਂ ਇਹ ਨਹੀਂ ਹੁੰਦਾ ਹੈਗਾ ਵੀ ਪੁਲਿਸ ਵਾਲੇ ਨੇ ਮਾਰਿਆ ਜਾਂ ਕਿਸੇ ਦੂਜੇ ਨੇ ਮਾਰਿਆ। ਜੇ ਤੁਹਾਡੀ ਬੇਟੀ ਨਾਲ ਰੇਪ ਵੀ ਹੋ ਗਿਆ ਨਾ ਤਾਂ ਵੀ ਤੁਸੀਂ ਕਤਲ ਕਰਦੇ ਹੋ, ਭਾਵੇਂ ਕਿ 100% ਉਹ ਕਤਲ ਜਾਇਜ਼ ਹੁੰਦਾ, ਫਿਰ ਵੀ ਉਹਦੀ ਉਮਰ ਕੈਦ ਹੀ ਹੁੰਦੀ ਆ। ਇਹ ਨਹੀਂ ਕਿਹਾ ਜਾਂਦਾ ਵੀ ਇਹਦੇ ਰੇਪ ਕਰਨ ਲਗਾਈ ਤਾਂ ਮਾਰ ਦਿੱਤਾ ਹੁਣ ਇਹਦੀ ਸਜ਼ਾ ਨਹੀਂ ਹੋਊਗੀ, ਇਸ ਤਰ੍ਹਾਂ ਨਹੀਂ ਹੁੰਦਾ। ਸੋ ਬਿੱਟੂ ਆਪਣੇ ਅਲੱਗ ਪੈਟਰਨ ਤੇ ਚੱਲਦਾ ਹੈ। ਬਿੱਟੂ ਸਿਰਫ ਇੱਕ ਵਿਰੋਧ ਭਾਵਨਾ ਨਾਲ ਚੱਲਦਾ ਹੈ। ਇਸ ਕਰਕੇ ਸੋ ਜਿਹੜੀ ਬੰਦੀ ਸਿੰਘਾਂ ਦੀ ਗੱਲ ਹੈਗਾ ਪੋਲੀਟੀਕਲ ਮੁੱਦਾ, ਇਹ ਰਾਜਸੀ ਕੈਦੀ ਨੇ, ਇਹ ਉਸ ਤਰ੍ਹਾਂ ਦੇ ਕੈਦੀ ਨਹੀਂ ਹੈਗੇ ਵੀ ਇਹਨਾਂ ਦੀ ਜ਼ਮੀਨ ਦਾ ਰੌਲਾ ਸੀ ਜਾਂ ਇਹ ਕੋਈ ਕ੍ਰਿਮੀਨਲ ਸਨ। ਇਹ ਚੰਗੇ ਘਰਾਂ ਦੇ ਪੜ੍ਹੇ ਲਿਖੇ ਮੁੰਡੇ ਸੀਗੇ ਜਿਨ੍ਹਾਂ ਨੇ ਉਸ ਹਾਲਾਤਾਂ 'ਚ ਸਟੇਟ ਨੇ ਉਧਰ ਧੱਕਿਆ ਤੇ ਉਹਨਾਂ ਨੇ ਇਹ ਕੰਮ ਕੀਤੇ ਤੇ ਉਹਨਾਂ ਨੇ ਆਪਣੀਆਂ ਸਜ਼ਾਵਾਂ ਜਿਹੜੀਆਂ ਨੇ ਪੂਰੀਆਂ ਕੀਤੀਆਂ। ਹੁਣ ਜਿਹੜੇ ਬੰਦੇ ਅੱਗੇ ਲੱਗੇ ਹੋਏ ਨੇ ਆਪਾਂ ਉਹਨਾਂ ਦੀ ਗੱਲ ਜ਼ਰੂਰ ਕਰਾਂਗੇ ਇਹਦੇ ਵਿੱਚ ਕਿ ਉਹ ਬੰਦੇ ਨਾ ਤਾਂ ਉਹ ਕੌਮ ਦੇ ਲੀਡਰ ਨੇ, ਨਾ ਉਹ ਸਿੱਖ ਲੀਡਰ ਨੇ, ਉਹ ਬੰਦੇ ਨੇ ਜਿਨ੍ਹਾਂ ਦੇ ਮਨਾਂ 'ਚ ਇਹ ਪੀੜ ਆ, ਜਿਨ੍ਹਾਂ ਨੂੰ ਇਹ ਲੱਗਦਾ ਵੀ ਸਾਡੇ ਬੰਦਿਆਂ ਨੇ ਜਿਨ੍ਹਾਂ ਨੇ ਕਿ ਹੁਣ ਬਹੁਤ ਹੋ ਗਿਆ ਵੀ ਹੁਣ ਤਾਂ ਬਣਦੀ ਜਿਹੜੀ ਦੂਜੀ ਧਿਰ ਸੀ ਜਦ ਉਹਨਾਂ ਨੂੰ ਛੱਡਿਆ ਜਾ ਸਕਦਾ ਹੈ, ਜਦ ਇਸ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਤਲ ਕੀਤੇ ਹੋਏ ਬੰਦਿਆਂ ਨੂੰ ਰਿਹਾ ਕੀਤਾ ਜਾ ਸਕਦਾ ਹੈ ਤੇ ਫਿਰ ਭਾਈ ਹਵਾਰੇ ਨੂੰ ਰਿਹਾ ਕਿਉਂ ਨਹੀਂ? ਉਹਨਾਂ ਨੇ ਇੱਕ ਸਵਾਲ ਖੜਾ ਕੀਤਾ ਹੈ ਵੀ ਜੇ ਆ ਹੋ ਸਕਦਾ ਤੇ ਆ ਕਿਉਂ ਨਹੀਂ ਹੋ ਸਕਦਾ? ਉਹ ਇਹ ਨਹੀਂ ਕਹਿੰਦੇ ਵੀ ਸਾਡੇ ਬੰਦੇ ਨੂੰ ਮਾਫ ਕਰ ਦਿਓ, ਇਹ ਕੋਈ ਗੱਲ ਨਹੀਂ ਹੈਗੀ ਔਰ ਇਹ ਕਹਿਣੀ ਵੀ ਨਹੀਂ ਚਾਹੀਦੀ। ਔਰ ਸਟੇਟ ਨੂੰ ਸਾਡੇ ਬੰਦੇ ਨੂੰ ਇਸ ਤਰ੍ਹਾਂ ਰਿਹਾ ਵੀ ਨਹੀਂ ਹੋਣਾ ਚਾਹੀਦਾ ਵੀ ਉਹ ਕਹਿਣ ਕਿ ਤੁਸੀਂ ਇਹ ਕਹੋ ਵੀ ਅਸੀਂ ਜੋ ਕੀਤਾ ਗਲਤ ਕੀਤਾ ਤੇ ਸਾਨੂੰ ਛੱਡ ਦਿਓ, ਇਦਾਂ ਦੀ ਕੋਈ ਗੱਲ ਨਹੀਂ। ਇਹ ਭਾਈ ਤਾਰੇ ਨੇ ਬਿਆਨ ਦਿੱਤਾ, ਇਹ ਬਲਵੰਤ ਸਿੰਘ ਰਾਜੋਆਣੇ ਨੇ ਕੇਸ ਐਕਸੈਪਟ ਕੀਤਾ ਹੋਇਆ ਤੇ ਭਾਈ ਹਵਾਰਾ ਤਾਂ ਕਦੀ ਜ਼ਿੰਦਗੀ 'ਚ ਇਹ ਗੱਲ ਕਰ ਹੀ ਨਹੀਂ ਸਕਦਾ ਕਿ ਉਹ ਕਹੇ ਕਿ ਮੈਂ ਆਪਣੀ ਜਿਹੜੀ ਖਾਲਿਸਤਾਨ ਵਾਲੀ ਸਟੇਜ ਆ ਉਹ ਤੋਂ ਪਿੱਛੇ ਹੋਣਾ, ਇਹ ਕਦੀ ਹੋ ਨਹੀਂ ਸਕਦਾ। ਤੇ ਉਸ ਗੱਲ ਦੇ ਚੱਲਦਿਆਂ ਸਟੇਟ ਜਦ ਦੂਜੇ ਲੋਕਾਂ ਨੂੰ ਰਿਹਾ ਕਰ ਸਕਦੀ ਹੈ ਤਾਂ ਸਾਡੇ ਬੰਦੇ ਜਿਹੜੇ ਆਗੂ ਨੇ ਉੱਥੇ ਉਹਨਾਂ ਦਾ ਇਹੀ ਮੰਨਣਾ ਹੈ ਕਿ ਜੇ ਤੁਸੀਂ ਇਹਨਾਂ ਨੂੰ ਰਿਹਾ ਕਰ ਸਕਦੇ ਹੋ ਤੇ ਫਿਰ ਇਹਨਾਂ ਨੂੰ ਕਿਉਂ ਨਹੀਂ ਕਰਦੇ? ਕਾਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ। ਠੀਕ ਹੈ, ਅੰਮ੍ਰਿਤਪਾਲ ਉਹਨਾਂ ਨੂੰ ਦੇਖ ਰਹੇ ਆ ਕਿ ਇੱਕ ਵੱਡੀ ਸ਼ਖਸੀਅਤ ਦੇ ਵਜੋਂ ਉਹ ਉੱਭਰ ਕੇ ਸਾਹਮਣੇ ਚਿਹਰਾ ਆ ਰਿਹਾ ਹੈ ਪਰ ਅੰਮ੍ਰਿਤਪਾਲ ਉਹਨੇ ਜਿੱਥੇ ਜਿਸ ਤਰੀਕੇ ਨਾਲ ਗੱਲ ਕਰ ਰਹੇ ਨੇ, ਸਿੱਖੀ ਦੀ ਗੱਲ ਕਰ ਰਹੇ ਨੇ, ਵੱਖਰੇ ਦੇਸ਼ ਦੀ ਗੱਲ ਕਰ ਰਹੇ ਨੇ ਜਾਂ ਬੰਦੀ ਸਿੰਘਾਂ ਦੀ ਗੱਲ ਵੀ ਕਰਦੇ ਨੇ, ਤੁਹਾਨੂੰ ਨਹੀਂ ਲੱਗਦਾ ਕਿ ਅੰਮ੍ਰਿਤਪਾਲ ਉਹਨਾਂ ਨੂੰ ਵੀ ਇਸ ਮੋਰਚੇ ਤੇ ਆ ਕੇ ਬਹਿ ਜਾਣਾ ਚਾਹੀਦਾ? ਕਿਉਂਕਿ ਨੌਜਵਾਨੀ ਉਹਨਾਂ ਦੇ ਨਾਲ ਅਸੀਂ ਦੇਖੀ ਆ ਕਿ ਅਜਨਾਲੇ ਕਿਸ ਤਰੀਕੇ ਨਾਲ ਉਹਨਾਂ ਦੇ ਸੱਦੇ ਤੇ ਲੋਕ ਪਹੁੰਚੇ ਸੀ। ਜੇ ਅੰਮ੍ਰਿਤਪਾਲ ਇਸ ਮੋਰਚੇ ਦੇ ਨਾਲ ਜੁੜਦੇ ਨੇ ਤੁਹਾਨੂੰ ਕੀ ਲੱਗਦਾ? ਵੇਖੋ, ਅੰਮ੍ਰਿਤਪਾਲ ਦਾ ਜਿਹੜਾ ਇੱਕ ਪੱਖ ਆ ਬਹੁਤ ਮਜ਼ਬੂਤ ਆ, ਮੈਂ ਸਮਝਦਾ, ਤੇ ਉਹ ਕਹਿੰਦਾ ਵੀ ਸਾਨੂੰ ਹਕੂਮਤ ਅੱਗੇ ਹੱਥ ਨਹੀਂ ਅੱਡਣਾ ਚਾਹੀਦਾ, ਉਹਦਾ ਇੱਕ ਪੱਖ ਆ। ਪਰ ਜਦੋਂ ਮੈਂ ਬਹੁ ਪੱਖੀ ਗੱਲ ਕਰਦੇ ਹਾਂ, ਪਰ ਜਦੋਂ ਮੰਗਾਂਗੇ ਨਹੀਂ ਮਿਲੂਗਾ ਕਿੱਦਾਂ? ਨਹੀਂ ਵੇਖੋ, ਦੋ ਗੱਲਾਂ ਹੁੰਦੀਆਂ ਨੇ, ਇੱਕ ਹੁੰਦਾ ਹੱਕ ਲੈਣਾ, ਇੱਕ ਹੁੰਦਾ ਮੰਗਣਾ। ਸੋ ਇਹ ਜਿਹੜੇ ਬੰਦਿਆਂ ਨੇ ਮੋਰਚਾ ਲਾਇਆ ਉਹਨਾਂ ਦਾ ਆਪਣਾ ਇਹ ਪੱਖ ਹੈ ਵੀ ਭਾਈ ਜਦ ਆਹ ਬੰਦੇ ਛੱਡੇ ਜਾ ਸਕਦੇ ਤੇ ਆਹ ਕਿਉਂ ਨਹੀਂ ਛੱਡ ਰਹੇ। ਇਸ ਬੇਸ ਦੇ ਉੱਤੇ ਅੰਮ੍ਰਿਤਪਾਲ ਸਿੰਘ ਨੇ ਮੋਰਚੇ ਦੀ ਹਮਾਇਤ ਕੀਤੀ ਹੈ, ਕਿ ਨਹੀਂ ਕੀਤੀ ਹੈਗੀ। ਪਰ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਉਹਨੂੰ ਬਹਿਣਾ ਚਾਹੀਦਾ, ਆਪਾਂ ਸਮਝਦੇ ਹਾਂ ਕਿ ਉਹਨੂੰ ਉਹਨਾਂ ਦੇ ਸਿੰਘਾਂ ਨੂੰ
ਪੱਕੇ ਤੌਰ ਤੇ ਇੱਕ ਤੰਬੂ ਲਾ ਕੇ ਤੇ ਮੋਰਚੇ ਦੇ ਵਿੱਚ ਰਹਿਣਾ ਚਾਹੀਦਾ, ਭਾਵੇਂ ਅਮਰਪਾਲ ਸਿੰਘ ਜਿਹੜਾ ਵਹੀਰ ਕੱਢ ਰਿਹਾ ਜੋ ਵੀ ਉਹਦਾ ਕੰਮ ਕਰ ਰਿਹਾ ਹੈ, ਪਰ ਇਹਦੀ ਉਹਨਾਂ ਨੂੰ ਹਮਾਇਤ ਕਰਨੀ ਚਾਹੀਦੀ। ਤੁਸੀਂ ਇਹ ਮੰਨਦੇ ਹੋ ਕਿ ਅੰਮ੍ਰਿਤਪਾਲ ਉਹਨਾਂ ਨੂੰ ਇੱਕ ਸਾਈਡ ਤੇ ਜਾਂ ਕਿਤੇ ਵੀ ਆਪਣਾ ਇੱਕ ਤੰਬੂ ਲਾ ਲੈਣਾ ਚਾਹੀਦਾ, ਭਾਵੇਂ ਉਹ ਨਾ ਵੀ ਰਹਿਣ, ਉਹਨਾਂ ਦੇ ਸਿੰਘ ਰਹੀ ਜਾਣ, ਕੁਛ ਮੋਰਚੇ ਹਾਜ਼ਰੀ ਲੱਗਦੀ ਰਹੇ। ਹਾਂਜੀ, ਮੋਰਚੇ ਦੀ ਤਾਂ ਉਹਨਾਂ ਨੇ ਹਮਾਇਤ ਕੀਤੀ, ਉਹ ਆਏ ਵੀ ਸੀਗੇ, ਨੈਕਸਟ ਵੀ ਉਹਨਾਂ ਨੇ ਕਿਹਾ ਸੀ। ਪਰ ਆਪਾਂ ਗੱਲ ਕਰ ਰਹੇ ਹਾਂ ਸਟੇਟ ਦੀ ਕਿ ਐਕਚੁਅਲ ਚ ਮੋਰਚਾ ਕਿਹਦੇ ਖਿਲਾਫ ਆ, ਆਪਣੀ ਗੱਲ ਇੱਥੋਂ ਚੱਲੀ ਸੀ। ਸੋ ਇੱਕ ਤਾਂ ਸਵਾਲ ਇਹ ਉੱਠ ਰਹੇ ਨੇ, ਕੋਈ ਕਹਿੰਦਾ ਵੀ ਇਹ ਮੋਰਚਾ ਇਸ ਕਰਕੇ ਲੱਗ ਗਿਆ, ਕੋਈ ਕਹਿੰਦਾ ਇਹ ਇਸ ਕਰਕੇ ਲੱਗ ਗਿਆ। ਇਸ ਗੱਲ ਦੀ ਲੋਕਾਂ ਨੂੰ, ਇਸ ਗੱਲ ਦੀ ਮੈਂ ਕਹਿੰਦਾ ਕਿ ਤੁਹਾਡੇ ਚੈਨਲ ਰਾਹੀਂ ਜਾਂ ਹੋਰ ਚੈਨਲ ਰਾਹੀਂ ਇਹਦੀ ਡਿਬੇਟ ਹੋਣੀ ਚਾਹੀਦੀ ਆ ਕਿ ਮੋਰਚਾ ਕਿਉਂ ਲੱਗਾ, ਇਹਦੇ ਮਾਇਨੇ ਕੀ ਨੇ। ਕਿਉਂਕਿ ਸਟੇਟ ਜਿਹੜੀ ਆ ਉਹ ਉਹਨਾਂ ਲੋਕਾਂ ਨੂੰ, ਜਿਹੜੀ ਸੰਤਾਂ ਨੇ ਗੱਲ ਕੀਤੀ ਸੀ ਨਾ ਕਿ ਅਸੀਂ ਬਰਾਬਰ ਦੇ ਸ਼ਹਿਰੀ ਹੋ ਕੇ ਰਹਿਣਾ ਚਾਹੁੰਦੇ ਆ, ਉਹਨਾਂ ਬੰਦਿਆਂ ਦਾ ਇਹ ਆ ਵੀ ਬਰਾਬਰ ਦੇ ਸ਼ਹਿਰੀ ਤਾਂ ਹੀ ਹੋਵਾਂਗੇ ਨਾ ਵੀ ਰਾਜੀਵ ਗਾਂਧੀ ਨੂੰ ਜਿਨ੍ਹਾਂ ਨੇ ਸੋਧਿਆ ਸੀ ਉਹ ਬੰਦੇ। ਮੈਂ ਇਹ ਵੀ ਗੱਲ ਕਹਿਣਾ ਕਿ ਲੋਕੀ ਜਦੋਂ ਕਹਿੰਦੇ ਰਾਜੀਵ ਗਾਂਧੀ ਦੇ ਕਾਤਲ, ਰਾਜੀਵ ਗਾਂਧੀ ਦੇ ਕਾਤਲ ਨਹੀਂ, ਰਾਜੀਵ ਗਾਂਧੀ ਨੂੰ ਸੋਧਿਆ ਗਿਆ ਸੀ। ਰਾਜੀਵ ਗਾਂਧੀ ਨੇ ਤਾਮਿਲ ਦੇ ਵਿੱਚ, ਸ੍ਰੀਲੰਕਾ ਦੇ ਵਿੱਚ 10-10 ਸਾਲ ਦੀਆਂ ਕੁੜੀਆਂ ਨਾਲ ਆਰਮੀ ਭੇਜ ਕੇ ਰੇਪ ਕਰਵਾਏ ਸਨ ਤੇ ਉਹਨਾਂ ਨੇ ਤਾਂ ਉਹਨੂੰ ਸੋਧਿਆ ਸੀ। ਉਹ ਉਹਨਾਂ ਦੀ ਸਟੇਟ ਨੇ। ਸਾਡੇ ਤੇ ਸਟੇਟ ਵਾਲੇ ਜਿਹੜੇ ਨੇ, ਜਿਹੜੇ ਇੱਥੋਂ ਦੇ ਹੁਣ ਤੱਕ ਹਾਕਮ ਰਹੇ ਨੇ, ਉਹ ਮੈਂ ਉਹਨਾਂ ਨੂੰ ਕੋਈ ਇਦਾਂ ਦਾ ਭੈੜਾ ਸ਼ਬਦ ਵੀ ਨਹੀਂ ਯੂਜ਼ ਕਰ ਸਕਦਾ ਕਿ ਸਾਡੇ ਸਾਰੇ ਲੋਕਾਂ ਨੇ ਸੁਣਨਾ ਹੈ ਜੀ। ਉਹਨਾਂ ਨੇ ਬਹੁਤ ਦੱਲਾਪੁਣਾ ਕੀਤਾ, ਨਹੀਂ ਤਾਂ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਜੈ ਲਲਿਤਾ ਵਾਂਗੂ ਮਤਾ ਪਾਉਂਦੇ ਕਿ ਬੰਦੇ ਬਾਹਰ ਆਉਣੇ ਚਾਹੀਦੇ ਨੇ, ਉਹ ਤਾਂ ਬੰਦੇ ਬਾਹਰ ਆਏ ਨੇ। ਸਾਡੀ ਸਟੇਟ ਤਾਂ ਵਾਰ-ਵਾਰ ਕਹਿ ਰਹੀ ਕਿ ਭੁੱਲਰ ਵੀ ਨਹੀਂ ਆਉਣਾ ਚਾਹੀਦਾ। ਇੱਥੇ ਕੇਜਰੀਵਾਲ ਹੁਣੀ ਰੋਜ਼ ਕਹਿ ਦਿੰਦੇ ਨੇ ਵੀ ਉਹਨੂੰ ਬਾਹਰ ਨਹੀਂ ਆਉਣਾ ਚਾਹੀਦਾ, ਤੇ ਉਹਨਾਂ ਦਾ ਰਾਹ ਕਿਵੇਂ ਹੋਊਗਾ। ਇਸ ਗੱਲ ਕਰਕੇ ਮੋਰਚਾ ਲੱਗਾ ਕਿ ਇੱਕ ਕੈਦੀ ਨਾਲ ਬੇਇਨਸਾਫੀ ਹੋ ਰਹੀ ਹੈ। ਇਹ ਨਹੀਂ ਉਹ ਕਹਿ ਰਹੇ ਕਿ ਸਾਡੇ ਬੰਦੇ ਜਿਹੜੇ ਨੇ ਉਹਨਾਂ ਨੂੰ ਮਾਫ ਕਰ ਦਿਓ, ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ। ਸੋ ਮੋਰਚੇ ਦੀ ਜਿਹੜੀ ਰੂਪ ਰੇਖਾ ਹੈ ਉਹਨੂੰ ਹੋਰ ਅੱਗੇ ਵੱਡਾ ਕਰਨ ਦੀ ਲੋੜ ਆ, ਔਰ ਸਗੋਂ ਹੋਰ ਵੀ ਇਹ 'ਚ ਗੱਲਾਂ ਰੱਖ, ਜੇ ਲਾਇਆ ਹੀ ਆ ਤੇ ਹੁਣ ਨਿੱਠ ਕੇ ਲਾ ਲੈਣਾ ਇੱਕ ਵਾਰੀ। ਮੈਂ ਇਹ ਚਾਹੁੰਦਾ, ਪਰ ਮੋਰਚੇ ਦੀ ਸਮਝ ਲੋਕਾਂ ਨੂੰ ਆਉਣੀ ਚਾਹੀਦੀ ਆ ਤੇ ਇੱਕ ਮੋਰਚੇ ਦਾ ਨਿਸ਼ਾਨਾ ਕਲੀਅਰ ਹੋਣਾ ਚਾਹੀਦਾ ਵੀ ਅਸਲ 'ਚ ਅਸੀਂ ਜਿਹੜੀ ਗੱਲ ਕਰਨੀ ਉਹ ਕਿਹਦੇ ਨਾਲ ਕਰਨੀ ਜੀ, ਸੈਂਟਰ ਨਾਲ ਜਾਂ ਸਟੇਟ ਨਾਲ। ਹੁਣ ਤੱਕ ਦੀ ਰੂਪਰੇਖਾ ਠੀਕ ਲੱਗਦੀ ਹੈ ਮੋਰਚੇ ਦੀ, ਠੀਕ ਚੱਲ ਰਹੀ ਨਹੀਂ? ਕਿ ਵੇਖੋ, ਕਿਸੇ ਵੀ ਮੋਰਚੇ ਦੇ ਵਿੱਚ ਹੁਣ ਆਪਾਂ ਕਿੰਨਾ ਚਿਰ ਰਹੇ ਹਾਂ, ਘਾਟਾਂ ਹੁੰਦੀਆਂ ਨੇ, ਘਾਟਾਂ ਹੁੰਦੀਆਂ ਨੇ, ਆਪਾਂ ਉਹ ਤੋਂ ਸਬਕ ਵੀ ਸਿੱਖਣੇ ਆ। ਜੇ ਅਸੀਂ ਚਾਹੁੰਦੇ ਆ, ਸਾਨੂੰ ਲੱਗਦਾ ਵੀ ਬਾਪੂ ਜੀ ਹੁਣੇ ਕੋਈ ਗਲਤੀ ਕਰ ਰਹੇ ਨੇ, ਤੇ ਫਿਰ ਸਾਨੂੰ ਉੱਥੇ ਜਾ ਕੇ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਬਾਪੂ ਜੀ ਜਾਂ ਮੋਰਚੇ ਵਾਲੇ ਜਿੰਨੇ ਵੀ ਸੱਜਣ ਉੱਥੇ ਉਹਨੂੰ ਲੀਡ ਕਰ ਰਹੇ ਨੇ, ਉਹਨਾਂ ਨੂੰ ਬੇਨਤੀ ਕਰਨੀ ਚਾਹੀਦੀ ਵੀ ਆਹ ਗੱਲ ਤੁਹਾਡਾ ਪੱਖ ਸਹੀ ਨਹੀਂ ਹੈਗਾ, ਇਹਨੂੰ ਸਹੀ ਕਰੋ। ਜੇ ਉਹ ਨਹੀਂ ਮੰਨਦੇ ਤੇ ਚੈਨਲ ਤੇ ਕਹਿਣਾ ਚਾਹੀਦਾ। ਜੇ ਉਦੋਂ ਵੀ ਨਹੀਂ ਮੰਨਦੇ ਤਾਂ ਫਿਰ ਵਿਰੋਧੀ ਹੋ ਕੇ ਵੀ ਕਹਿਣਾ ਚਾਹੀਦਾ ਵੀ ਨਹੀਂ, ਆਹ ਗੱਲ ਨਹੀਂ ਠੀਕ ਹੈਗੀ। ਪਰ ਇਹ ਨਹੀਂ ਕਿ ਮੋਰਚੇ ਦਾ ਵਿਰੋਧ ਹੋਵੇ ਜੀ। ਇੱਕ ਬੰਦੇ ਦੀ ਗੱਲ ਦਾ ਵਿਰੋਧ ਹੋ ਸਕਦਾ ਵੀ ਤੁਸੀਂ ਆਹ ਗੱਲ ਸਹੀ ਢੰਗ ਨਾਲ ਨਹੀਂ ਰੱਖ ਸਕੇ। ਜਿਵੇਂ ਦੀਪ ਨੇ ਕਿਹਾ ਸੀ ਵੀ ਜਿੱਥੇ ਤੁਸੀਂ ਜਾਣਾ ਆ ਉੱਥੇ ਬਰਾਬਰ ਦੀ ਧਿਰ ਹੋ ਕੇ ਜਾਓ, ਨਾ ਕਿ ਉੱਥੇ ਤੁਸੀਂ ਪ੍ਰਸ਼ਾਦੇ ਛਕਣ ਜਾਓ ਜੀ। ਮਤਲਬ ਮੈਂ ਚਾਹੁੰਦਾ ਵੀ ਉਦਾਂ ਅਸੀਂ ਇੱਕ ਧਿਰ ਵਾਂਗੂ ਪੇਸ਼ ਹੋਈਏ, ਉਹ ਧਿਰ ਬਣ ਕੇ ਰਹੀਏ। ਤੇ ਸਭ ਤੋਂ ਵੱਡੀ ਗੱਲ ਮੈਂ ਤੁਹਾਡੇ ਚੈਨਲ ਰਾਹੀਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਉੱਥੇ ਕੋਈ ਵੀ ਐਜ ਏ ਸੰਗਤ ਆਵੇ, ਕਿਸੇ ਨਾਲ ਮਿਸਬਿਹੇਵ ਨਹੀਂ ਹੋਣਾ ਚਾਹੀਦਾ। ਇਹ ਬਹੁਤ ਵੱਡਾ ਦਿਲ ਸਾਨੂੰ ਰੱਖਣਾ ਚਾਹੀਦਾ ਆ, ਕਿਉਂਕਿ ਜਿਹੜਾ ਸਿੱਖੀ ਦਾ ਬੇਸ ਆ ਉਹ ਬਹੁਤ ਡੂੰਘਾ ਤੇ ਉਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ ਤੇ ਬਹੁਤ ਜ਼ਿਆਦਾ ਸਿਧਾਂਤਕ ਪੱਖ ਨੇ, ਜਿਹਨੂੰ ਮਤਲਬ ਕਿ ਇਹ ਸੋਚਣਾ ਚਾਹੀਦਾ ਕਿ ਉਸ ਮੋਰਚੇ ਦੇ ਵਿੱਚ ਕੋਈ ਵੀ ਬੰਦਾ, ਚਾਹੇ ਉਹ ਕਿਤੇ ਵਿਰੋਧੀ ਰਿਹਾ ਹੋਏ ਚਾਹੇ ਜੋ ਵੀ ਹੈ, ਸੰਗਤੀ ਰੂਪ ਚਾਹੇ, ਹਾਂ ਤੁਸੀਂ ਸਟੇਜ ਦੇਣੀ ਜਾਂ ਨਹੀਂ ਦੇਣੀ, ਉਹਨੂੰ ਵਿੱਚ ਸ਼ਾਮਲ ਕਰਨਾ ਜਾਂ ਨਹੀਂ ਕਰਨਾ, ਇਹ ਮੋਰਚੇ ਦੇ ਆਗੂਆਂ ਦੀ ਮਰਜ਼ੀ ਆ ਤੇ ਸੰਗਤ ਦੀਆਂ ਭਾਵਨਾਵਾਂ ਦਾ ਵੀ ਖਿਆਲ ਰੱਖਣਾ ਹੁੰਦਾ ਹੈ। ਪਰ ਆਏ ਨੂੰ ਆਪਾਂ ਚੱਲ ਕੇ ਆਏ ਨੂੰ ਆਪਾਂ ਇਦਾਂ ਦੀ ਨਹੀਂ ਕਰਨੀ ਹੈਗੀ। ਫਿਰ ਵੀ ਚਲੋ ਜੋ ਹੋ ਗਿਆ ਉਹ ਵਾਪਸ ਨਹੀਂ ਆ ਸਕਦਾ, ਨੈਕਸਟ ਇਹਦਾ ਖਿਆਲ ਰੱਖਣਾ ਜਾਓਗੇ ਤੁਸੀਂ ਹੁਣ, ਕਿਉਂਕਿ ਇਨਸਾਫ ਮੋਰਚਾ ਜਿਹੜਾ ਬਾਈਬਲ ਕਲਾਂ ਵਾਲਾ ਉਹ ਤਾਂ ਸਮਾਪਤੀ ਹੁਣ ਤੁਸੀਂ ਕਰ ਰਹੇ ਹੋ, ਹੁਣ ਇਸ ਮੋਰਚੇ ਤੇ ਜਾਓਗੇ ਇਨਸਾਫ? ਵੇਖੋ, ਮੈਂ ਇੱਕ ਗੱਲ ਤੁਹਾਨੂੰ ਫੇਰ ਦੱਸ ਦਿੰਦਾ ਕਿ ਮੈਂ ਮੈਂ ਵਾਲੀ ਗੱਲ ਆ ਜਾਂਦੀ, ਆਪਾਂ ਉਹ ਸੰਘਰਸ਼ ਦੀ ਫਾਈਟ ਕੀਤੀ ਹੈ, ਸਾਡੇ ਉਹ ਸਾਥੀ ਨੇ ਜੀ, ਅਸੀਂ ਇੱਕ ਹਮ ਸਫਰ ਹਾਂ। ਸੋ ਮੈਂ ਇਹ ਤੇ ਕਦੀ ਨਹੀਂ ਕਹਾਂਗਾ ਕਿ ਉਹਨਾਂ ਨੂੰ ਸ਼ਰਤਾਂ ਤਹਿਤ ਰਿਹਾ ਕੀਤਾ ਜਾਵੇ, ਪਰ ਮੋਰਚੇ ਦਾ ਮੈਂ ਸਦਾ ਸਮਰਥਕ ਹਾਂ। ਬਾਪੂ ਜੀ ਨਾਲ ਇਹ ਪ੍ਰੋਮਿਸ ਵੀ ਕੀਤੀ ਸੀਗੀ ਕਿ ਜਿੱਦਣ ਇਹ ਮੋਰਚਾ ਸਮਾਪਤ ਹੋ ਗਿਆ ਉਦੋਂ ਹਾਜ਼ਰੀ ਲਵਾਵਾਂਗੇ। ਸੋ ਅਗਲੇ ਦਿਨਾਂ 'ਚ ਆਪਾਂ ਜ਼ਰੂਰ ਉੱਥੇ ਜਾਵਾਂਗੇ, ਹਾਜ਼ਰੀ ਭਰਾਂਗੇ ਜੀ, ਜਾਵਾਂਗੇ ਵੀ, ਗੱਲ ਵੀ ਕਰਾਂਗੇ। ਦਿਲੋਂ ਸਤਿਕਾਰ ਆ ਜਿਨ੍ਹਾਂ ਲੋਕਾਂ ਨੇ ਆਹ ਦਾ ਨਾਰਾ ਮਾਰਿਆ ਆ। ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਇਕੱਲੀ ਵੀ ਬਾਕੀ ਵੀ ਜਿਹੜੇ ਇਸ ਕੰਟਰੀ 'ਚ ਕੈਦੀ ਨੇ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ, ਉਹਨਾਂ ਨੂੰ ਵੀ ਰਿਹਾ ਕਰਨਾ। ਜੀ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ।